ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ। ਮਹਾਰਾਜ ਸਾਡੇ ਵੱਲੋਂ ਤਾਂ ਇਹੋ ਬੇਨਤੀ ਹੈ ਕਿ ਦਿੱਲੀ ਵਿਖੇ ਜਾਣਾ ਤੁਹਾਡਾ ਚੰਗਾ ਹੋਵੇਗਾ। ਭਲਾ ਆਪ ਕੋ ਭਾਵਤ ਜੀ ਕੋ। ਬਾਕੀ ਪਾਤਸ਼ਾਹ ਜੀ ਆਪ ਜੀ ਨੂੰ ਜੋ ਵੀ ਚੰਗਾ ਲੱਗਦਾ ਹੈ ਉਹ ਤੁਹਾਡੀ ਰਜ਼ਾ ਹੈ, ਉਹ ਤੁਹਾਡਾ ਹੁਕਮ ਹੈ ਅਤੇ ਉਹ ਜੋ ਵੀ ਆਪ ਜੀ ਨੂੰ ਭਾਵਦਾ ਹੈ। ਪਰ ਸਾਡੇ ਵੱਲੋਂ ਆ ਬੇਨਤੀ ਹੈ, ਇੱਕ ਤਾਂ ਬਾਦਸ਼ਾਹ ਸੰਧੀ ਮਟਾਵੇ। ਇੱਕ ਤਾਂ ਬੇਨਤੀ ਇਹ ਆ ਵੀ ਜੇ ਆਪ ਜੀ ਦਿੱਲੀ ਵਿਖੇ ਜਾਂਦੇ ਹੋ, ਬਾਦਸ਼ਾਹ ਨੂੰ ਜਾ ਕੇ ਮਿਲਦੇ ਹੋ ਅਤੇ ਬਾਦਸ਼ਾਹ ਦਾ ਜਿਹੜਾ ਸੰਦੇਹ ਆ, ਕਿਉਂਕਿ ਚੰਦੂ ਬਹੁਤ ਚੁਗਲੀਆਂ ਲਾਉਂਦਾ ਹੈ। ਹੋਰ ਵੀ ਕੁਝ ਲੋਕ ਨੇ ਜਿਹੜੇ ਵਿਰੋਧਤਾ ਕਰਦੇ ਆ, ਨਕਸ਼ਬੰਦੀ ਫਿਰਕੇ ਦੇ ਲੋਕ, ਅਤੇ ਚੰਦੂ ਦਾ ਨਾਮ ਵਿਸ਼ੇਸ਼ ਕਰਕੇ ਕਵੀ ਸਾਹਿਬ ਜੀ ਲਿਖਦੇ ਆ। ਵਜ਼ੀਰ ਖਾਂ ਦੱਸਦਾ ਹੈ ਕਿ ਮਹਾਰਾਜ ਇੱਕ ਤਾਂ ਚੰਦੂ ਵੱਲੋਂ ਪਾਇਆ ਹੋਇਆ ਭੁਲੇਖਾ ਉਹ ਤੁਹਾਡੇ ਜਾਣ ਦੇ ਨਾਲ ਦੂਰ ਹੋ ਜਾਵੇਗਾ। ਦੁਤੀਏ ਬਦਲਾ ਤੁਮ ਕੋ ਪਾਵੇ। ਤੇ ਦੂਸਰੀ ਬੇਨਤੀ ਇਹ ਆ ਵੀ ਜੋ ਕੁਛ ਵੀ ਚੰਦੂ ਨੇ ਕਰਵਾਇਆ ਬਹੁਤ ਮਾੜਾ ਹੋਇਆ, ਉਹਦਾ ਬਦਲਾ ਵੀ ਚੰਦੂ ਦੇ ਕੋਲੋਂ ਬਾਦਸ਼ਾਹ ਆਪ ਤੁਹਾਨੂੰ ਲੈ ਕੇ ਦੇਵੇਗਾ। ਅੱਗੇ ਆਪ ਆਹੋ ਸਰਬੱਗ। ਇਸ ਤੋਂ ਅੱਗੇ ਕਹਿੰਦਾ ਮਹਾਰਾਜ ਅਸੀਂ ਤੁਹਾਨੂੰ ਕੀ ਬੇਨਤੀ ਕਰ ਸਕਦੇ ਹਾਂ, ਤੁਸੀਂ ਸਰਬੱਗ ਬੁੱਧੀ ਵਾਲੇ ਸਾਰਾ ਕੁਝ ਜਾਣਦੇ ਜੇ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਘਰ ਆ, ਤੋ ਆਪ ਜੀ ਤੇ ਸਾਰਾ ਕੁਝ ਹੀ ਜਾਣਦੇ ਹੋ। ਕਿਆ ਮੈਂ ਜਾਣ ਸਕੀ ਅਲਪੱਗ। ਵਜ਼ੀਰ ਖਾਂ ਨੇ ਆਖਿਆ, ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਅਸੀਂ ਤੇ ਅਲਪੱਗ ਬੁੱਧੀ ਵਾਲੇ ਹਾਂ, ਸਾਡੀ ਮੱਤ ਛੋਟੀ ਆ, ਅਸੀਂ ਥੋੜ੍ਹੇ ਮੱਤ ਵਾਲੇ ਹਾਂ। ਆਪਣੇ ਹਿਤੂ ਲਾਕ ਸ੍ਰੀ ਗੁਰ ਤਬੈ। ਸੱਚੇ ਪਾਤਸ਼ਾਹ ਮਹਾਰਾਜ ਉਹ ਆਪ ਜੀ ਨੂੰ ਆਪਣਾ ਹਿੱਤੂ ਜਾਣੇਗਾ, ਤਦੋਂ ਜਾਣੇਗਾ ਜਦੋਂ ਉਹਨੂੰ ਸਾਰੀ ਸੱਚਾਈ ਦਾ ਪਤਾ ਲੱਗ ਜਾਵੇਗਾ। ਹੋਣਹਾਰ ਔਰ ਜਾਣਤ ਸਭੈ। ਹੋਣਹਾਰ ਜੋ ਕੁਝ ਵੀ ਸੰਸਾਰ ਵਿੱਚ ਹੋਣ ਵਾਲਾ ਹੈ ਮਹਾਰਾਜ ਆਪ ਜੀ ਨੂੰ ਤੇ ਉਹ ਵੀ ਪਤਾ ਹੈ। ਸਾਡੇ ਦਿਲਾਂ ਵਿੱਚ ਕੀ ਆ, ਸੰਸਾਰ ਵਿੱਚ ਕੀ ਵਾਪਰਨ ਵਾਲਾ ਹੈ। ਸਤਿਗੁਰੂ ਜੀ ਤੁਸੀਂ ਤੇ ਸਾਰਾ ਕੁਝ ਜਾਣਦੇ ਹੋ। ਕਹਿਓ ਕਿ ਟਿਕੋ ਆਜ ਕੀ ਰਹਿਣ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ, ਵਜ਼ੀਰ ਖਾਂ ਅੱਜ ਦੀ ਰਾਤ ਤੁਸੀਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਇੱਥੇ ਨਿਵਾਸ ਰੱਖੋ, ਇੱਥੇ ਤੁਸੀਂ ਅੱਜ ਦੀ ਰਾਤ ਆਰਾਮ ਕਰੋ। ਕਹੇ ਪ੍ਰਾਤ ਕੋ ਉੱਤਰ ਬੈਣ। ਅਗਲੀ ਸਵੇਰ ਹੋ ਜਾਏਗੀ, ਕੱਲ੍ਹ ਦਾ ਦਿਨ ਚੜ੍ਹ ਜਾਏਗਾ, ਫਿਰ ਅਸੀਂ ਤੁਹਾਨੂੰ ਆਪਣਾ ਜਵਾਬ ਜਿਹੜਾ ਉੱਤਰ ਹੈ ਉਹ ਦੇ ਦੇਵਾਂਗੇ। ਕਹੈ ਸੁਣ ਕਰ ਇਮ ਸੰਧਿਆ ਹੋਈ। ਇਸ ਤਰ੍ਹਾਂ ਇਹ ਬਚਨ ਵਿਲਾਸ ਚੱਲਿਆ ਵਜ਼ੀਰ ਖਾਂ ਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ। ਇਹ ਮਹਾਰਾਜ ਜੀ ਦੇ ਬਚਨ ਕੁਝ ਸੁਣਦੇ ਆ, ਕੁਛ ਬੇਨਤੀਆਂ ਕਰਦੇ ਆ। ਇੰਜ ਕਰਦਿਆਂ ਸੁਣਦਿਆਂ ਜੋ ਸੰਧਿਆ ਦਾ ਸਮਾਂ ਉਹ ਹੋ ਗਿਆ ਹੈ। ਨਿਜ ਨਿਜ ਥਾਨ ਗਏ ਸਭ ਕੋਈ। ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਆਪੋ ਆਪਣੀ ਥਾਂ ਜਿੱਥੇ ਜਿੱਥੇ ਵੀ ਕਿਸੇ ਨੇ ਆਰਾਮ ਕਰਨਾ ਹੈ, ਆਪੋ ਆਪਣੀ ਥਾਂ 'ਤੇ ਸਾਰੇ ਮਾਈ ਭਾਈ ਚਲੇ ਗਏ ਹਨ। ਵੇਖ ਸਰੂਪ ਸੁਣ ਬਾਕ ਅਮੋਲੇ। ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਸਰੂਪ ਆ ਉਹ ਵਜ਼ੀਰ ਖਾਂ ਦੇ ਸਾਹਮਣੇ ਆਉਂਦਾ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਹੋਰ ਵੀ ਬੜਾ ਪ੍ਰਭਾਵਿਤ ਹੁੰਦਾ ਹੈ। ਮਹਾਰਾਜ ਜੀ ਦਾ ਦਰਸ਼ਨ ਬੜਾ ਹੀ ਨਿਰਾਲਾ ਹੈ। ਆਪਣੇ ਮਨ ਵਿੱਚ ਸਤਿਗੁਰਾਂ ਦੀ ਬੜੀ ਮਹਿਮਾ ਗਾਉਂਦਾ ਹੈ।
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਅਮੋਲਕ ਬਚਨ ਕੀਤੇ ਆ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ ਆ। ਵਜ਼ੀਰ ਖਾਂ ਆਪਣੇ ਮਨ ਵਿੱਚ ਸੋਚਦਾ ਹੈ ਜਦੋਂ ਆਪਣੇ ਟਿਕਾਣੇ 'ਤੇ ਆਰਾਮ ਕਰਨ ਵਾਸਤੇ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਦਾ ਤੇ ਮੁੱਲ ਹੀ ਕੋਈ ਨਹੀਂ ਆ। ਤੇ ਉਹਨਾਂ ਦਾ ਜਿਹੜਾ ਸਰੂਪ ਆ ਬਾ ਕਮਾਲ ਬਹੁਤ ਹੀ ਸੁੰਦਰ ਹੈ। ਕਰ ਵਜ਼ੀਰ ਖਾਂ ਆਨੰਦ ਅਤੁੱਲੇ। ਵਜ਼ੀਰ ਖਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਅਤੁੱਲੇ ਆਨੰਦ ਇਹਨੇ ਪ੍ਰਾਪਤ ਕੀਤਾ। ਇੱਕ ਤੇ ਸੁੱਖ ਹੁੰਦਾ ਹੈ, ਉਹ ਸੁੱਖ ਤੋਂ ਬਾਅਦ ਦੁੱਖ ਆ ਜਾਂਦਾ ਹੈ। ਭਾਵੇਂ ਮਨੁੱਖ ਕਿੰਨੇ ਵੀ ਯਤਨ ਕਰਕੇ ਸੰਸਾਰੀ ਚੌਧਰਾਂ ਦੇ ਵਿੱਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਪਿੱਛੇ ਦੁੱਖ ਖੜਾ ਹੋ ਹੀ ਜਾਂਦਾ ਹੈ। ਇਹਨੇ ਅਤੁੱਲਿਆ ਆਨੰਦ ਪ੍ਰਾਪਤ ਕਰ ਲਿਆ ਜਿਹੜਾ ਤੋਲਿਆ ਨਹੀਂ ਜਾ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦਾ ਬੜਾ ਹੀ ਆਨੰਦ ਇਸ ਨੂੰ ਆਇਆ ਹੈ। ਟਿਕਿਆ ਜਾਮਨੀ ਆਪਣੇ ਡੇਰੇ। ਜਿੱਥੇ ਇਹਨੇ ਡੇਰਾ ਕੀਤਾ, ਪੜਾਅ ਕੀਤਾ, ਜਿਵੇਂ ਉਹਨਾਂ ਸਮਿਆਂ 'ਚ ਤੰਬੂ ਲਾ ਕੇ ਰਾਤ ਕੱਟਿਆ ਕਰਦੇ ਸਨ ਫੌਜ ਵਾਲੇ ਲੋਕ, ਰਾਹਗੀਰ, ਮੁਸਾਫਰ, ਜਿੱਥੇ ਡੇਰਾ ਬਣਾਇਆ ਉਸ ਥਾਂ 'ਤੇ ਰਾਤ ਵਜ਼ੀਰ ਖਾਂ ਨੇ ਆਪਣੇ ਸਾਥੀਆਂ ਸਮੇਤ ਕੱਟੀ ਹੈ। ਖਾਨ ਪਾਨ ਗੁਰ ਪਠਿਓ ਕਨੇਰੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਦੇ ਛਕਣ ਵਾਸਤੇ ਮਹਾਰਾਜ ਜੀ ਨੇ ਖਾਣ ਦਾ ਪ੍ਰਬੰਧ ਕਰਵਾਇਆ। ਜੋ ਭੋਜਨ ਛਕਣਾ ਹੈ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਕਹਿ ਕੇ ਉਹਦਾ ਪ੍ਰਬੰਧ ਕਰਵਾਇਆ। ਜੋ ਜਲ ਪਾਣੀ ਛਕਣਾ ਗੁਰੂ ਸਾਹਿਬ ਜੀ ਨੇ ਉਹ ਵੀ ਕਰਵਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਇਹ ਬਚਨ ਵੀ ਉਹਨਾਂ ਦੇ ਅਮੋਲਕ ਆ ਕਿ ਘਰ ਆਏ ਵਾਸਤੇ ਦੇਗ ਤੇ ਸਿਰ ਫਿਰੇ ਆਕੀ ਲਈ ਤੇਗ। ਇਹ ਹਰ ਘਰ ਵਿੱਚ ਹੋਣੀ ਬੜੀ ਜ਼ਰੂਰੀ ਆ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਨੂੰ ਅੱਜ ਵੀ ਹੁਕਮ ਆ। ਜੇ ਤਾਂ ਕੋਈ ਵਾਹਿਗੁਰੂ ਵਾਹਿਗੁਰੂ ਕਰਦੇ ਆ, ਕੋਈ ਬਾਣੀ ਪੜ੍ਹਦੇ ਆ, ਤੁਹਾਡਾ ਦਰਵਾਜ਼ਾ ਖੜਕਾਉਂਦਾ ਹੈ, ਉਹਨੂੰ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਜਾਣ ਕੇ ਬੜਾ ਸਤਿਕਾਰ ਕਰਨਾ, ਉਹਦੀ ਸੇਵਾ ਕਰਨੀ, ਜੀ ਆਇਆਂ ਕਹਿਣਾ। ਤੇ ਜੇ ਕੋਈ ਹੰਕਾਰ ਲੈ ਕੇ ਆਏ, ਹਉਮੈ ਦਿਖਾਏ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਆ ਜਿਹੜਾ ਮੇਰਾ ਸਿੱਖ ਉਹਦੇ ਘਰ ਵਿੱਚ ਤੇਗ ਵੀ ਹੋਣੀ ਜ਼ਰੂਰੀ ਆ, ਸ਼ਸਤਰ ਵੀ ਹੋਣਾ ਜ਼ਰੂਰੀ ਆ। ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਜ਼ੀਰ ਖਾਂ ਜਿਹੜਾ ਦਿੱਲੀ ਤੋਂ ਆਇਆ, ਗੁਰੂ ਸਾਹਿਬ ਜੀ ਨੇ ਉਹਦੇ ਖਾਣ ਅਤੇ ਪੀਣ ਦਾ ਪ੍ਰਬੰਧ ਵੀ ਕਰਵਾਇਆ ਹੈ। ਆਪਣ ਮਾਤ ਸੰਗ ਬਾਤ ਜਨਾਈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਮਾਤਾ ਜੀ ਦੇ ਪਾਸ ਗਏ। ਮਾਤ ਗੰਗਾ ਜੀ ਮਾਤਾ ਜੀ ਦੇ ਕੋਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਾਂਦੇ ਆ, ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਹਨ। ਹਮਹਿ ਬਾਦਸ਼ਾਹ ਨੇ ਪਠਿਓ ਬੁਲਾਈ। ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਐ ਮਾਤ ਗੰਗਾ ਜੀ, ਸਾਨੂੰ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਪਾਸ ਬੁਲਾਇਆ ਹੈ। ਉਹਨੇ ਆਪਣੇ ਪਾਸ ਬੁਲਾਉਣ ਵਾਸਤੇ ਸਾਨੂੰ ਸੁਨੇਹਾ ਭੇਜਿਆ, ਉਹਨੇ ਬੰਦੇ ਭੇਜ ਦਿੱਤੇ ਹਨ। ਸੁਨਤ ਮਾਤ ਗੰਗਾ ਚਿਤ ਚਿੰਤ ਬਸਾਲਾ। ਕਵੀ ਸਾਹਿਬ ਜੀ ਲਿਖਦੇ ਆ, ਜਦੋਂ ਮਾਤਾ ਜੀ ਨੇ ਇਸ ਗੱਲ ਨੂੰ ਸੁਣਿਆ ਤੇ ਮਨ ਵਿੱਚ ਬਹੁਤ ਚਿੰਤਾ ਪ੍ਰਗਟ ਕੀਤੀ ਆ। ਜਿਸ ਤਰ੍ਹਾਂ ਪਹਿਲੇ ਜ਼ਖਮ ਅੱਲੇ ਜਿਹੜੇ ਆ ਉਹ ਛਿੜ ਜਾਣ ਤੇ ਫਿਰ ਸਰੀਰ ਉੱਤੇ ਖੂਨ ਸਿਮਦਾ ਹੈ, ਦੁੱਖ ਹੁੰਦਾ ਹੈ, ਕਿਉਂਕਿ ਅਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਬਹੁਤਾ ਲੰਮਾ ਸਮਾਂ ਨਹੀਂ ਹੋਇਆ। ਉਹ ਸਾਰਾ ਦ੍ਰਿਸ਼ ਅੱਖਾਂ ਦੇ ਸਾਹਮਣੇ ਆ ਗਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਬਚਨ ਕਰਦੇ ਨੇ ਤੇ ਮਾਤਾ ਜੀ ਆਪਣੇ ਮਨ ਵਿੱਚ
ਬਹੁਤ ਚਿੰਤਾ ਧਾਰਨ ਕਰਦੇ ਹਨ। ਸੁਤ ਕੈ ਸੰਮਤ ਹੋਏ ਤਿਸ ਕਾਲਾ। ਤੇ ਇਹ ਵਿਚਾਰ ਕਰਦੇ ਆ ਵੀ ਅਜੇ ਤੇ ਇੱਕੋ ਹੀ ਸਾਲ ਬੀਤਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਆ। ਕੋਈ ਬਹੁਤਾ ਲੰਮਾ ਸਮਾਂ ਵੀ ਬਤੀਤ ਨਹੀਂ ਹੋਇਆ, ਅਜੇ ਤਾਂ 1 ਸਾਲ ਦਾ ਹੀ ਸਮਾਂ ਹੋਇਆ। ਸਤਿਗੁਰੂ ਜੀ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਹਨ। ਗਾਣ ਮਸੰਦ ਅਰ ਸਿੱਖ ਜੋ ਸਿਆਣੇ। ਫਿਰ ਮਾਤਾ ਜੀ ਨੇ ਕੀ ਕੀਤਾ? ਜਿਹੜੇ ਸਿਆਣੇ ਸਿਆਣੇ ਮਸੰਦ ਸਨ, ਜਿਨ੍ਹਾਂ ਨੂੰ ਗੁਰੂ ਘਰ ਦੇ ਮੁਖੀ ਮਸੰਦ ਕਿਹਾ ਜਾਂਦਾ ਹੈ, ਮੁਖੀ ਸਿੱਖ ਕਿਹਾ ਜਾਂਦਾ ਹੈ, ਜਾਂ ਜਿਹੜੇ ਮੁਖੀ ਸਿਆਣੇ ਸਿਆਣੇ ਪ੍ਰਚਾਰਕ ਸਨ, ਤੇ ਉਹਨਾਂ ਨੂੰ ਸਤਿਕਾਰਯੋਗ ਮਾਤਾ ਗੰਗਾ ਜੀ ਨੇ ਆਪਣੇ ਪਾਸ ਬੁਲਾਉਣਾ ਕੀਤਾ ਹੈ। ਪਠਿਓ ਜੋ ਨਰ ਸਗਰੇ ਸੰਗ ਆਨੇ। ਆਖਿਆ ਵੀ ਤੁਹਾਡੇ ਨਾਲ ਹੋਰ ਵੀ ਜਿੰਨੇ ਮਾਈ ਭਾਈ ਕੋਈ ਸਿਆਣੇ ਮਨੁੱਖ ਆਏ ਆ, ਆਓ ਭਾਈ ਸਾਰੇ ਬੈਠੋ। ਜਿਵੇਂ ਕੋਈ ਮੀਟਿੰਗ ਕੀਤੀ ਜਾਂਦੀ ਆ, ਕੋਈ ਗੁਰਮਤਿ ਸਭਾ ਜੁੜਦੀ ਆ, ਕੋਈ ਗੁਰਮਤਾ ਕੀਤਾ ਜਾਂਦਾ ਹੈ, ਮਾਤਾ ਜੀ ਨੇ ਆਖਿਆ ਆਓ ਭਾਈ ਸਾਰੇ ਹੀ ਇੱਥੇ ਬੈਠਣਾ ਕਰੋ। ਨਿਸਮਹਿ ਸ੍ਰੀ ਮਾਤਾ ਕੇ ਪਾਸ। ਸੰਧਿਆ ਦਾ ਸਮਾਂ ਬੀਤ ਗਿਆ ਹੈ, ਰਾਤ ਦਾ ਸਮਾਂ ਆ ਗਿਆ, ਹਨੇਰਾ ਹੋ ਜਾਂਦਾ ਹੈ। ਆਏ ਹੋਏ ਮਸੰਦ ਤੇ ਹੋਰ ਮਾਈ ਭਾਈ ਮਾਤਾ ਗੰਗਾ ਜੀ ਦੇ ਪਾਸ ਜਾਂਦੇ ਹਨ। ਸਭਾ ਕਰੇ ਸਤਿਗੁਰ ਸੁਖ ਰਾਸ। ਦੁਨੀਆ ਦੇ ਜੀਵਾਂ ਨੂੰ ਸੁਖ ਦੇਣ ਵਾਲੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ ਸਭਾ ਲਾਈ ਆ। ਭਾਵ ਸਾਰੇ ਸਿੱਖਾਂ ਦੀ, ਸਾਰੀ ਸੰਗਤ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਕੱਤਰਤਾ ਬੁਲਾਈ ਹੈ। ਸਾਰੇ ਮਾਈ ਭਾਈ ਸੁਖ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਗਏ ਹਨ। ਜਤਾ ਜੋਗ ਬੈਠੇ ਜਬ ਸਭੈ। ਜਿੱਥੇ ਜਿੱਥੇ ਵੀ ਕਿਸੇ ਮਾਈ ਭਾਈ ਨੂੰ ਜਗ੍ਹਾ ਮਿਲੀ ਆ, ਗੁਰੂ ਸਾਹਿਬ ਜੀ ਸੱਜੇ ਨੇ ਤੇ ਉਹਨਾਂ ਦੇ ਕੋਲ ਮਾਤਾ ਜੀ ਬੈਠੇ ਆ। ਆਏ ਹੋਏ ਮਾਈ ਭਾਈ ਗੁਰੂ ਕੇ ਸਿੱਖ ਵੀ ਸੱਜ ਗਏ ਹਨ। ਬਾਦਸ਼ਾਹ ਪ੍ਰਸੰਗ ਸੁਨਾਇਓ ਤਬੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ ਕਿ ਹੁਣ ਸਾਰੀ ਸੰਗਤ ਆ ਗਈ ਆ। ਮੁਖੀ ਮੁਖੀ ਸਿੱਖ ਜਿਨ੍ਹਾਂ ਦੇ ਨਾਲ ਜ਼ਰੂਰੀ ਵਿਚਾਰਾਂ ਕੀਤੀਆਂ ਜਾਂਦੀਆਂ ਨੇ, ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਵੀ ਚਲਾਉਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਕਿ ਜਦੋਂ ਸਾਰੇ ਸਿੱਖ ਮਾਈ ਭਾਈ ਆ ਗਏ ਆ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਪ੍ਰਸੰਗ ਸੀ ਦਿੱਲੀ ਵਾਲਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਾਰਾ ਹੀ ਇਹਨਾਂ ਗੁਰੂ ਕੇ ਸਿੱਖਾਂ ਨੂੰ ਬਿਆਨ ਕਰਕੇ ਦੱਸਿਆ ਹੈ। ਬੜੇ ਗੁਰਨ ਕੇ ਸੰਗੀ ਆਹੋ। ਕਹਿਣ ਲੱਗੇ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਗੁਰੂ ਕੇ ਉਹ ਸਿੱਖ ਆ ਜਿਨ੍ਹਾਂ ਨੇ ਵੱਡੇ ਸਤਿਗੁਰਾਂ ਦੀ ਸੰਗਤ ਕੀਤੀ ਆ। ਬੇਸ਼ੱਕ ਜੋਤ ਉਹੀ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਾਲੀ, ਪਰ ਆਪਣੇ ਪਿਤਾ ਦਾ ਇੰਨਾ ਸਤਿਕਾਰ ਕਰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਗੁਰੂ ਕੇ ਸਿੱਖੋ, ਤੁਹਾਡੇ ਵਿੱਚੋਂ ਬਹੁਤੇ ਗੁਰੂ ਕੇ ਸਿੱਖ ਉਹ ਆ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਦਰਸ਼ਨ ਕੀਤਾ, ਉਹਨਾਂ ਦੀ ਸੰਗਤ ਕੀਤੀ ਹੈ। ਸਿਆਣੇ ਸਭ ਨਿਜ ਨਿਜ ਮਤ ਕਹੋ। ਤੇ ਤੁਸੀਂ ਵੀ ਬੜੇ ਸਿਆਣੇ ਜੀ, ਕਿਉਂਕਿ ਸਿੱਖਾਂ ਦੇ ਵਿੱਚ ਵੀ ਬੜੇ ਸਿਆਣੇ ਸਿਆਣੇ ਗੁਰਸਿੱਖ ਪਿਆਰੇ ਹੁੰਦੇ ਆ ਜਿਹੜੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਾਧ ਲੈਂਦੇ ਆ। ਬੜੀਆਂ ਉਹਨਾਂ ਦਾ ਤਜਰਬਾ ਹੁੰਦਾ, ਸਿਆਣੀਆਂ ਗੱਲਾਂ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਤੁਸੀਂ ਵੀ ਬਹੁਤ ਸਿਆਣੇ ਜੇ, ਤੇ ਜੋ ਜੋ ਮਾਲਕ ਨੇ ਤੁਹਾਨੂੰ ਮਤ ਬਖਸ਼ਿਸ਼ ਕੀਤੀ ਆ, ਗੁਰੂ ਘਰ ਵਿੱਚ ਰਹਿ ਕੇ ਜੋ ਵੀ ਤੁਸੀਂ ਸਿੱਖਿਆ ਪ੍ਰਾਪਤ ਕੀਤੀ ਆ, ਜਿਹੜਾ ਮੈਂ ਤੁਹਾਡੇ ਨਾਲ ਬਚਨ ਕੀਤਾ ਹੈ ਕਿ ਦਿੱਲੀ ਦੇ ਬਾਦਸ਼ਾਹ ਨੇ ਸਾਨੂੰ ਮਿਲਾਇਆ
ਇਹਦੇ ਬਾਰੇ ਤੁਸੀਂ ਵੀ ਆਪਣੀ ਰਾਏ ਸਲਾਹ ਦੱਸੋ। ਮਿਲਣ ਬਾਦਸ਼ਾਹ ਸੰਗ ਹੈ ਇਹ ਨੀਕੋ। ਐ ਗੁਰੂ ਕੇ ਸਿੱਖੋ, ਇਹ ਸਾਨੂੰ ਸਲਾਹ ਦੇਵੋ ਵੀ ਬਾਦਸ਼ਾਹ ਨੇ ਸਾਨੂੰ ਬੁਲਾਇਆ ਤੇ ਬਾਦਸ਼ਾਹ ਦੇ ਨਾਲ ਮਿਲਣਾ ਇਹ ਕੀ ਚੰਗਾ ਹੋਵੇਗਾ। ਇਹਦੇ ਬਾਰੇ ਤੁਸੀਂ ਵੀ ਆਪਣੀ ਰਾਏ ਸਲਾਹ ਦੇ ਦੇਵੋ। ਕਿਦੋ ਨਹੀਂ ਕਿਮ ਭਾਵਤ ਜੀ ਕੋ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿ ਦੱਸੋ ਭਾਈ ਇਹ ਗੱਲ ਚੰਗੀ ਹੈ ਕਿ ਜਾਂ ਨਹੀਂ। ਇਸ ਰਾਏ ਸਲਾਹ ਨੂੰ ਤੁਸੀਂ ਸਾਰੇ ਸਾਨੂੰ ਚੰਗੀ ਤਰ੍ਹਾਂ ਵਿਚਾਰ ਕੇ ਦੱਸੋ ਕਿ ਸਾਨੂੰ ਦਿੱਲੀ ਦੇ ਬਾਦਸ਼ਾਹ ਦੇ ਕੋਲ ਜਾਣਾ ਬਣਦਾ ਹੈ ਕਿ ਜਾਂ ਨਹੀਂ। ਉਤੇ ਪੁਰਾਤਨ ਜਤਕ ਮਸੰਦ। ਜਿਹੜੇ ਪੁਰਾਤਨ ਪਹਿਲੇ ਸਮੇਂ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸੰਗਤ ਜਿਹੜੇ ਕਰਦੇ ਆ ਰਹੇ ਸਨ, ਜਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਭਾਵ ਜਿਹੜੇ ਕਾਫੀ ਸਮੇਂ ਤੋਂ ਗੁਰੂ ਘਰ ਵਿੱਚ ਰਹਿ ਰਹੇ ਸਨ, ਉਹ ਜਿੰਨੇ ਵੀ ਮੁਖੀ ਮਸੰਦ ਗੁਰੂ ਘਰ ਦੇ ਸੇਵਾਦਾਰ ਸਨ। ਕਹਿਆ ਵਿਚਾਰਤ ਬੁੱਧ ਬਲੰਦ। ਉਹਨਾਂ ਨੇ ਆਪਣੇ ਮਨ ਵਿੱਚ ਜੋ ਵਿਚਾਰ ਕੀਤੀ ਆ ਬੁੱਧੀ ਦੇ ਨਾਲ ਤੇ ਉਹਨੂੰ ਵਿਚਾਰ ਕੇ ਦੱਸਣ ਲੱਗੇ ਹਨ। ਆਗੇ ਸ੍ਰੀ ਗੁਰੂ ਅਰਜਨ ਜੀ ਗਏ। ਉਹਨਾਂ ਆਖਿਆ ਹੈ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਾਡੀ ਇਹ ਬੇਨਤੀ ਆ ਕਿ ਪਹਿਲਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਵੀ ਇਸੇ ਬਾਦਸ਼ਾਹ ਨੇ ਲਾਹੌਰ ਵਿਖੇ ਬੁਲਾਇਆ ਸੀ ਤੇ ਗੁਰੂ ਅਰਜਨ ਸਾਹਿਬ ਜੀ ਗਏ ਸਨ। ਚੰਦੂ ਦੁਸ਼ਟ ਕਹਾਂ ਕਰ ਦਏ। ਕਹਿਣ ਲੱਗੇ ਵੇਖੋ ਮਹਾਰਾਜ, ਬੁਲਾਇਆ ਇਸੇ ਬਾਦਸ਼ਾਹ ਨੇ ਲਾਹੌਰ ਤੇ ਇਹ ਜਿਹੜਾ ਚੰਦੂ ਦੁਸ਼ਟ ਆ, ਇਹ ਜਿਹੜਾ ਪਾਪੀ ਆ, ਇਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਕੀ ਕੀਤਾ ਹੈ। ਘਰ ਸ਼ਾਹਨ ਕੇ ਅਦਕ ਅੰਧੇਰ। ਉਹ ਜਿਹੜੇ ਪੁਰਾਣੇ ਤਜਰਬੇਕਾਰ ਸਿੱਖ ਆ, ਉਹਨਾਂ ਨੇ ਆਖਿਆ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਾਦਸ਼ਾਹ ਦੇ ਘਰ ਵਿੱਚ ਤੇ ਅੰਧੇਰ ਹੈ, ਹਨੇਰਾ ਛਾਇਆ ਹੋਇਆ ਹੈ, ਬਾਦਸ਼ਾਹ ਕੌਣ ਕਿਸੇ ਦੀ ਸੁਣਦਾ ਹੈ। ਮਿਲ ਇੱਕ ਬੇਰ ਨਾ ਬੂਝੈ ਫੇਰ। ਉਹਨੇ ਲਾਹੌਰ ਵਿਖੇ ਬੁਲਾਇਆ ਜਹਾਂਗੀਰ ਨੇ, ਇੱਕ ਹੀ ਸਤਿਗੁਰਾਂ ਦੇ ਨਾਲ ਮੁਲਾਕਾਤ ਕੀਤੀ ਆ। ਫਿਰ ਉਹਨੇ ਕੋਈ ਪੁੱਛਿਆ ਹੀ ਨਹੀਂ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਥੇ ਗਏ, ਕਿਸ ਹਾਲਤ ਵਿੱਚ ਆ, ਕਿਉਂਕਿ ਉਹਦੀ ਜ਼ਿੰਮੇਵਾਰੀ ਬਣਦੀ ਸੀ। ਇੱਕ ਜ਼ਿੰਮੇਵਾਰ ਬੰਦਾ ਹੈ, ਦੇਸ਼ ਦਾ ਮੁਖੀ ਆ। ਜਿਹੜੇ ਤਜਰਬੇਕਾਰ ਪੁਰਾਣੇ ਸਿੱਖ ਸਨ, ਉਹਨਾਂ ਆਖਿਆ ਗੁਰੂ ਹਰਗੋਬਿੰਦ ਸਾਹਿਬ ਜੀ, ਬਾਦਸ਼ਾਹ ਨੇ ਲਾਹੌਰ ਵਿਖੇ ਬੁਲਾਇਆ, ਇੱਕੋ ਵਾਰ ਹੀ ਸਤਿਗੁਰੂ ਨੂੰ ਮਿਲਿਆ, ਇੱਕ ਹੀ ਮੁਲਾਕਾਤ ਕੀਤੀ। ਫਿਰ ਇਸ ਬਾਦਸ਼ਾਹ ਨੇ ਸਤਿਗੁਰਾਂ ਦਾ ਕੋਈ ਵੀ ਥਹੁ ਪਤਾ ਨਹੀਂ ਲਿਆ ਹੈ। ਪਰ ਨਹੀਂ ਕਿਨ ਖਬਰ ਸੁਣਾਈ। ਫਿਰ ਉਹਨੇ ਸਤਿਗੁਰਾਂ ਦੀ ਕੋਈ ਖਬਰ ਹੀ ਨਹੀਂ ਸੁਣੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਥੇ ਨੇ, ਕਿਸ ਹਾਲਤ ਵਿੱਚ ਆ। ਅਕਸਰ ਉਹਦਾ ਫਰਜ਼ ਬਣਦਾ ਸੀ, ਉਹਦੀ ਜ਼ਿੰਮੇਵਾਰੀ ਬਣਦੀ ਸੀ। ਗੁਜਰਿਓ ਗਜ਼ਬ ਸੋ ਰਾਖਸ਼ ਪਾਈ। ਆਖਿਆ ਮਹਾਰਾਜ ਵੇਖੋ ਕਿੰਨਾ ਗਜ਼ਬ ਹੋਇਆ। ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਲੋਕਾਂ ਨੇ ਲਾਹੌਰ ਵਿਖੇ ਬੁਲਾਇਆ, ਬਾਦਸ਼ਾਹ ਦਾ ਸੁਨੇਹਾ ਹੋਵੇ ਤੇ ਮੁੜ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਬਾਪ ਦੀ ਕੋਈ ਖਬਰ ਹੀ ਨਾ ਲਵੇ। ਐ ਤੋਂ ਵੱਡਾ ਹਨੇਰ ਹੋਰ ਕੀ ਹੋ ਸਕਦਾ। ਇੰਨਾ ਵੱਡਾ ਗਜ਼ਬ ਹੋਇਆ। ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਉਹਨੇ ਕੋਈ ਥਹੁ ਪਤਾ ਹੀ ਨਹੀਂ ਲਿਆ। ਤੋ ਇਹ ਜਿਹੜੇ ਤਜਰਬੇਕਾਰ ਸਿੱਖ ਸਨ, ਇਹਨਾਂ ਆਖਿਆ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਬਾਬਤ ਰਲ ਮਿਲ ਕੇ ਵੇਖੋ ਇਹਨਾਂ ਸਾਰਿਆਂ ਨੇ ਪਰਦਾ ਹੀ ਰੱਖਿਆ ਹੈ। ਆਸ ਅੰਧੇਰ ਤਾਂ ਕਿਉਂ ਜਾਵੋ। ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਉੱਥੇ ਤੇ ਬੜਾ ਹਨੇਰ ਆ, ਹਨੇਰ ਗਰਦੀ ਵਾਪਰੀ ਆ। ਜਿੱਥੇ ਕਿਸੇ ਨੂੰ ਨਿਆਂ ਨਾ ਮਿਲੇ, ਕਿਸੇ ਬਾਦਸ਼ਾਹ ਦੇ ਕੋਲੋਂ, ਕਿਸੇ ਸਰਕਾਰ ਦੇ ਕੋਲੋਂ, ਤੇ ਫਿਰ ਪ੍ਰਜਾ ਦੁਖੀ ਹੋ ਜਾਂਦੀ ਹੈ। ਇਹ ਕਹਿਣ ਲੱਗੇ ਮਹਾਰਾਜ ਸਾਡੀ ਬੇਨਤੀ ਆ ਵੀ ਉੱਥੇ ਨਹੀਂ ਜਾਣਾ ਬਣਦਾ।
ਹਨੇਰ ਵਾਪਰਿਆ ਪਿਆ, ਜਿੱਥੇ ਸੁਣਵਾਈ ਕੋਈ ਨਹੀਂ ਸੱਚ ਦੀ, ਉੱਥੇ ਤੁਹਾਡਾ ਜਾਣਾ ਨਹੀਂ ਬਣਦਾ ਹੈ। ਆਪਣੇ ਆਪ ਕੋ ਨਹੀਂ ਬਚਾਵੋ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਡੀ ਤੇ ਬੇਨਤੀ ਇਹ ਆ, ਇਹ ਬਾਦਸ਼ਾਹ ਪਾਪੀ ਆ, ਜੇ ਚੰਦੂ ਪਾਪੀ ਆ ਤੇ ਇਹ ਵੀ ਘੱਟ ਨਹੀਂ ਆ। ਆਪਣੇ ਆਪ ਨੂੰ ਬਚਾਉਣਾ ਔਖਾ ਹੋ ਜਾਵੇਗਾ। ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਚਨ ਭਾਵੇਂ ਕਹਿਣ ਨੂੰ ਦਿਲ ਨਹੀਂ ਕਰਦਾ, ਪਰ ਕਵੀ ਸਾਹਿਬ ਜੀ ਇੱਥੇ ਲਿਖਤੀ ਬਿਆਨ ਕਰ ਰਹੇ ਆ, ਕਿਉਂਕਿ ਉੱਥੇ ਹਾਲਾਤ ਇਹੋ ਜਿਹੇ ਆ। ਅੱਗੇ ਜਾ ਕੇ ਉਹ ਆਪਾਂ ਇਤਿਹਾਸ ਵੀ ਪੜ੍ਹਾਂਗੇ, ਕਿਵੇਂ ਸਤਿਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਜਾਂਦਾ ਹੈ। ਤੋ ਇਹਨਾਂ ਦੀ ਗੱਲ ਬਿਲਕੁਲ ਸਿਆਣੀ ਆ। ਮਹਾਰਾਜ ਉੱਥੇ ਜਾ ਕੇ ਬਚਾਅ ਕਰਨਾ ਬੜਾ ਔਖਾ ਹੋ ਜਾਵੇਗਾ। ਮਹਾ ਸ਼ਤਰੂ ਜੋ ਸ਼ਹਦਵਾਨ। ਦੂਸਰੀ ਬੇਨਤੀ ਇਹ ਆ ਕਿ ਜਿਹੜਾ ਬਾਦਸ਼ਾਹ ਦੇ ਕੋਲ ਸਲਾਹਕਾਰ ਆ, ਉਹ ਤੇ ਹੈ ਹੀ ਬੜਾ ਵੱਡਾ ਪਾਪੀ ਆ, ਗੁਰੂ ਘਰ ਦਾ ਤੇ ਬਹੁਤ ਵੱਡਾ ਦੁਸ਼ਮਣ ਹੈ। ਛਲ ਤੇ ਕਰਤ ਆਨ ਕੀ ਆਨ। ਇਹ ਸਾਰਾ ਛਾਲ ਉਹੀ ਕਰ ਰਿਹਾ ਹੈ। ਹੁਣ ਵੀ ਇਹ ਸਾਰਾ ਛਾਲ ਫਰੇਬ ਧੋਖਾ ਕਰਕੇ ਆਨ ਕੀ ਆਨ ਇਹ ਗੁਰੂ ਘਰ ਨੂੰ ਹਾਨੀ ਪਹੁੰਚਾਉਣੀ ਚਾਹੁੰਦਾ ਹੈ। ਅਪਰਨਾ ਸ਼ਾਹ ਨਿਕਟ ਹਿਤਕਾਰੀ। ਸਤਿਗੁਰੂ ਜੀ ਸਾਡਾ ਉੱਥੇ ਕੌਣ ਆ? ਬਾਦਸ਼ਾਹ ਹੈ ਦਿੱਲੀ ਦਾ, ਬੜੀ ਵੱਡੀ ਤਾਕਤ ਹੈ। ਉੱਥੇ ਤਾਂ ਚੰਦੂ ਪਾਪੀ ਬੈਠਾ ਤੇ ਉਹਦੇ ਸਾਥੀ ਲੋਕ ਉੱਥੇ ਬੈਠੇ ਆ। ਬਾਦਸ਼ਾਹ ਵੀ ਕੋਈ ਬਹੁਤਾ ਸਿਆਣਾ ਨਹੀਂ। ਪਹਿਲਾਂ ਹੀ ਵੇਖੋ ਇਹਨੇ ਕੀ ਕਰਤੂਤ ਕੀਤੀ ਆ, ਤੇ ਹੁਣ ਉੱਥੇ ਸਾਡਾ ਕੌਣ ਹੈ? ਤੁਰਕ ਰਾਜ ਗੁਰ ਸ਼ਰਦ ਨ ਧਾਰੀ। ਕਹਿਣ ਲੱਗੇ ਮਹਾਰਾਜ ਤੁਰਕਾਂ ਦਾ ਰਾਜ, ਪਰ ਰਾਜ ਭਾਵੇਂ ਕਿਸੇ ਦਾ ਵੀ ਹੋਵੇ, ਗੱਲ ਆ ਵੀ ਇਹ ਲੋਕ ਪਾਪੀ ਬਣ ਚੁੱਕੇ ਸਨ, ਜਿਹੜੇ ਉਸ ਵੇਲੇ ਕਾਬਜ ਆ। ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਸਾਰਿਆਂ ਦਾ ਹੀ ਸਤਿਕਾਰ ਕੀਤਾ, ਪਰ ਜਦੋਂ ਕਿਸੇ ਨੇ ਵੀ ਵਧੀਕੀ ਕੀਤੀ ਆ, ਭਾਵੇਂ ਉਹਦੀ ਸ਼ਕਲ ਸਿੱਖਾਂ ਵਾਲੀ ਹੋਵੇ, ਭਾਵੇਂ ਹਿੰਦੂਆਂ ਵਾਲੀ, ਭਾਵੇਂ ਮੁਸਲਮਾਨਾਂ ਵਾਲੀ, ਭਾਵੇਂ ਈਸਾਈ, ਭਾਵੇਂ ਕੋਈ ਪਾਰਸੀ ਹੋਵੇ, ਕਿਸੇ ਵੀ ਧਰਮ ਦਾ ਬੰਦਾ, ਤਾਂ ਕਵੀ ਸਾਹਿਬ ਜੀ ਨੇ ਆਖਿਆ, ਜੋ ਇਤਿਹਾਸ ਲਿਖ ਰਹੇ ਆ ਉਹਨਾਂ ਮੁਖੀ ਸਿੱਖਾਂ ਨੇ ਆਖਿਆ, ਮਹਾਰਾਜ ਇਹ ਤੁਰਕਾਂ ਦਾ ਰਾਜ ਆ, ਤੇ ਪਾਤਸ਼ਾਹ ਜੀ ਇਹਨਾਂ ਦੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਸ਼ਰਧਾ ਕੋਈ ਨਹੀਂ ਹੈ। ਲਰਨ ਬਿਕ ਸਮ ਸ਼ਰਤ ਨਹਿ ਨਾ। ਕਹਿਣ ਲੱਗੇ ਮਹਾਰਾਜ ਜੇ ਲੜਾਈ ਕੀਤੀ ਜਾਏ ਇਹਨਾਂ ਦੇ ਨਾਲ, ਬਰਾਬਰੀ ਕਰਨੀ ਬੜੀ ਔਖੀ ਆ, ਫੌਜਾਂ ਬਹੁਤ ਚਾਹੀਦੀਆਂ ਨੇ। ਇਸ ਕਰਕੇ ਲੜਾਈ ਵਾਸਤੇ ਵੀ ਸਾਡੀ ਬਰਾਬਰਤਾ ਕੋਈ ਨਹੀਂ ਬਣਦੀ ਹੈ। ਕੋਥਲ ਦੇਸ ਨਿਵਾਸੀ ਜਾਹੇ ਨਾ। ਕਹਿਣ ਲੱਗੇ ਮਹਾਰਾਜ ਦੇਸ਼ ਵਿੱਚ ਕੋਈ ਥਾਂ ਨਹੀਂ ਜਿੱਥੇ ਕੋਈ ਆਕੀ ਹੋਵੇ, ਕਿਉਂਕਿ ਇਹ ਸਰਕਾਰ ਹੈ ਦਿੱਲੀ ਦੀ, ਬੜੀ ਤਾਕਤ ਰੱਖਦੀ ਆ। ਕੋਈ ਇਹੋ ਜਿਹਾ ਦੇਸ਼ ਵਿੱਚ ਆਪਾਂ ਆਖੀਏ ਨਾ, ਕੋਈ ਰਾਜਾ ਹੋਵੇ, ਕੋਈ ਹੋਰ ਤਾਕਤਵਰ ਹੋਵੇ, ਤਾਂ ਉਹ ਇਸ ਦਿੱਲੀ ਦੇ ਬਾਦਸ਼ਾਹ ਦੇ ਬਰਾਬਰਤਾ ਰੱਖਣ ਵਾਲਾ ਹੋਰ ਕੋਈ ਟਿਕਾਣਾ ਸਾਨੂੰ ਨਜ਼ਰ ਆਉਂਦਾ ਹੀ ਨਹੀਂ ਹੈ। ਜਹਾਂ ਬਸੇ ਅਰ ਕੇ ਰਨ ਕਰ। ਜੇ ਉੱਥੇ ਜਾ ਕੇ ਵੀ ਵਸ ਜਾਈਏ ਤੇ ਉਹ ਅੜ ਕੇ ਇਸ ਬਾਦਸ਼ਾਹ ਦੇ ਨਾਲ ਮੈਦਾਨੇ ਜੰਗ ਵਿੱਚ ਲੜਾਈ ਲੜ ਸਕੇ। ਆਸ ਨਾ ਭਰੋਸਾ ਕਿਸ ਪਰ ਧਰੈ। ਕਹਿਣ ਲੱਗੇ ਮਹਾਰਾਜ ਕਿਹਦੇ ਉੱਤੇ ਆਸ ਰੱਖੀ ਜਾਏ, ਭਰੋਸਾ ਕਿਹਦੇ ਉੱਪਰ ਕੀਤਾ ਜਾਏ? ਇਹਨਾਂ ਦੇ ਉੱਤੋਂ ਤੇ ਸਾਡਾ ਪਹਿਲਾਂ ਹੀ ਵਿਸ਼ਵਾਸ ਉੱਠ ਚੁੱਕਾ ਹੈ। ਸੰਧ ਕਰਨ ਅਰ ਕਰਨ ਬਖੀਰੂ। ਕਹਿਣ ਲੱਗੇ ਮਹਾਰਾਜ ਇਹਨਾਂ ਨੇ ਸੰਧੀ ਕੋਈ ਨਹੀਂ ਕਰਨੀ, ਇਹ ਤੇ ਬਖੇੜਾ ਕਰਨਾ ਚਾਹੁੰਦੇ ਆ। ਇਹ ਲੋਕ ਝਗੜਾ ਕਰਨਾ ਚਾਹੁੰਦੇ ਆ, ਸੰਧੀ ਦਾ ਨਾਂ ਦੇਣਗੇ, ਪਰ ਇਹ ਅੰਦਰੋਂ ਅੰਦਰ ਝਗੜਾ ਤੇ ਬਖੇੜਾ ਖੜਾ ਕਰਨਗੇ। ਦੋਨਾਂ ਬਿਕੈ ਦੋਸ ਗਨ ਹੀਰੋ। ਮਹਾਰਾਜ ਜੇ ਮਿਲਾਪ ਕਰਦੇ ਇਹਨਾਂ ਦੇ ਨਾਲ, ਅੰਦਰੋਂ ਇਹਨਾਂ ਨੇ ਮਿਲਾਪ ਨਹੀਂ ਕਰਨਾ, ਬਾਹਰੋਂ ਵਿਖਾਵੇ ਦਾ ਭਾਵੇਂ ਕਰ ਲੈਣ, ਤੇ ਜੇ ਲੜਦੇ ਆ ਤੇ ਤਾਂ ਵੀ ਸਾਡਾ ਨੁਕਸਾਨ ਨਜ਼ਰ ਆਉਂਦਾ ਹੈ।
ਕਿਉਂਕਿ ਫੌਜੀ ਤਾਕਤ ਉਹਨਾਂ ਦੇ ਕੋਲ ਬਹੁਤ ਵੱਡੀ ਹੈ। ਇੱਕ ਜੰਗਲ ਜਹ ਪਾਏ ਨ ਪਾਨੀ। ਫਿਰ ਕਹਿਣ ਲੱਗੇ ਮਹਾਰਾਜ ਇੱਕ ਮਾਲਵੇ ਦਾ ਇਲਾਕਾ ਹੈ, ਜਿਹੜਾ ਮਾਲਵੇ ਦਾ ਰੇਤਲਾ ਤੇ ਖੁੱਲਾ ਇਲਾਕਾ ਹੈ। ਪਹੁੰਚ ਨ ਸਕੈ ਸੈਨ ਤਿਸ ਥਾਨੀ। ਉਸ ਥਾਂ ਤੇ ਆਮ ਕਰਕੇ ਉਹ ਸੈਨਾ ਜਿਸ ਨੂੰ ਬਹੁਤਾ ਪਤਾ ਨਹੀਂ, ਉਹਨੂੰ ਪਹੁੰਚਣ ਵਿੱਚ ਮੁਸ਼ਕਲ ਆ ਸਕਦੀ ਹੈ। ਜੇਕਰ ਬੁਝ ਮਤੁ ਹਮਾਰੋ। ਜੇ ਤੁਸੀਂ ਸਾਡਾ ਮਤਾ, ਇਹ ਜਿਹੜੀ ਸਾਡੀ ਬੇਨਤੀ ਆ, ਜੇ ਕਿਤੇ ਮਹਾਰਾਜ ਤੁਸੀਂ ਇਹਨੂੰ ਮੰਨ ਲਵੋ ਤੋ ਦਿਨ ਦੇਸ਼ ਕੇ ਵਿੱਚ ਸੁਧਾਰੋ। ਉਹ ਜਿਹੜਾ ਮਾਲਵੇ ਦਾ ਇਲਾਕਾ ਹੈ, ਕਿਉਂਕਿ ਪਹਿਲੇ ਸਮਿਆਂ 'ਚ ਬੜਾ ਰੇਤਲਾ ਤੇ ਜੰਗਲੀ ਇਲਾਕਾ, ਬਹੁਤ ਸਾਰੇ ਦਰਖਤ ਸਨ। ਉਸ ਥਾਂ ਤੇ ਕੁਝ ਸਮੇਂ ਵਾਸਤੇ ਸਾਨੂੰ ਟਿਕਾਣਾ ਕਰ ਲੈਣਾ ਚਾਹੀਦਾ ਹੈ। ਆਪਣੇ ਸਿੱਖ ਬਿਰਾੜ ਕਨੇਰੇ। ਫਿਰ ਕਹਿਣ ਲੱਗੇ ਮਹਾਰਾਜ ਉੱਥੇ ਆਪਣੇ ਜਿਹੜੇ ਬਰਾੜ ਸਿੱਖ ਆ, ਬਰਾੜ ਇੱਕ ਅੱਜ ਵੀ ਉਹਨਾਂ ਦੀ ਗੋਤ ਹੈ, ਗੁਰੂ ਘਰ ਵਿੱਚ ਉਹਨਾਂ ਦੀ ਸੇਵਾ ਤੇ ਕਮਾਈ ਵੀ ਹੈ। ਕਹਿਣ ਲੱਗੇ ਮਹਾਰਾਜ ਉੱਥੇ ਆਪਣੇ ਨਾਲ ਨੇੜਤਾ ਰੱਖਣ ਵਾਲੇ ਬਰਾੜ ਸਿੱਖਾਂ ਦੀ ਬਹੁਤ ਗਿਣਤੀ ਹੈ। ਸੋ ਸਭ ਮਿਲਹਿ ਰਹੇ ਤੁਮ ਨੇਰੇ। ਉਹ ਸਾਰਿਆਂ ਨੂੰ ਜਦੋਂ ਪਤਾ ਲੱਗ ਜਾਏਗਾ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦੇ ਵਿੱਚ ਆਏ ਆ, ਮਹਾਰਾਜ ਉਹ ਆਉਣਗੇ ਤੇ ਤੁਹਾਡੇ ਅੰਗ ਸੰਗ, ਤੁਹਾਡੇ ਸੇਵਾਦਾਰ, ਬਾਡੀਗਾਰਡ ਬਣ ਕੇ ਤੁਹਾਡੀ ਸੇਵਾ ਵਿੱਚ ਸਦਾ ਹੀ ਹਾਜ਼ਰ ਰਹਿਣਗੇ। ਪਰ ਸੰਗਤਾਂ ਸਭ ਚੱਲ ਆਵੇਂ। ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਚੱਲੇਗਾ ਕਿ ਮੀਰੀ ਪੀਰੀ ਦੇ ਮਾਲਕ ਆਏ ਆ, ਹੋਰ ਵੀ ਬੇਅੰਤ ਸੰਗਤਾਂ ਉੱਥੇ ਆਪ ਜੀ ਦੇ ਦਰਸ਼ਨ ਵਾਸਤੇ ਚੱਲ ਕੇ ਆਉਣਗੀਆਂ। ਮਿਟਹਿ ਸ਼ਾਹ ਨਹਿ ਪੁਨਹ ਬੁਲਾਵੇ। ਫਿਰ ਕਹਿਣ ਲੱਗੇ ਹੋ ਸਕਦਾ ਇਹ ਸਮਾਂ ਕੁਝ ਸਮੇਂ ਵਾਸਤੇ ਟਲ ਜਾਏਗਾ, ਜਿਹੜਾ ਬਾਦਸ਼ਾਹ ਨੇ ਆਪ ਜੀ ਨੂੰ ਹੁਣੇ ਹੀ ਦਿੱਲੀ ਵਿਖੇ ਬੁਲਾਇਆ ਹੈ। ਜਦੋਂ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਮਾਲਵੇ ਨੂੰ ਚਲੇ ਗਏ, ਹੋ ਸਕਦਾ ਹੈ ਕੁਝ ਸਮੇਂ ਵਾਸਤੇ ਇਹ ਜਿਹੜਾ ਉੱਥੇ ਦਿੱਲੀ ਵਿਖੇ ਜਾਣਾ ਇਹ ਟਾਲਾ ਹੋ ਸਕਦਾ ਹੈ। ਭਾਈ ਬਿਧੀ ਚੰਦ ਜੇਠਾ ਅਰ ਪੁਰਾਣਾ। ਜਿਹੜੇ ਗੁਰੂ ਕੇ ਸਿੱਖ ਆ, ਜਿਨ੍ਹਾਂ ਵਿੱਚ ਭਾਈ ਬਿਧੀ ਚੰਦ ਜੀ ਆ, ਭਾਈ ਜੇਠਾ ਜੀ ਤੇ ਭਾਈ ਪੁਰਾਣਾ ਜੀ, ਜਿਹੜੇ ਗੁਰੂ ਕੇ ਸਿੱਖ ਹਨ। ਕਹਿਣ ਲੱਗੇ ਪੂਰਬ ਕਿਮ ਜਾਣਾ। ਉਹ ਕਹਿਣ ਲੱਗੇ ਭਾਈ ਅਸੀਂ ਇਹ ਕਿਸ ਪਾਸੇ ਨੂੰ, ਪਹਿਲਾਂ ਕਿਸ ਪਾਸੇ ਨੂੰ ਜਾਣਾ ਹੈ। ਸ਼੍ਰੀ ਅੰਮ੍ਰਿਤਸਰ ਬੈਠੇ ਰਹੀਏ। ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸਿਫਤੀ ਦਾ ਘਰ ਆ, ਸਾਨੂੰ ਇੱਥੇ ਹੀ ਬੈਠੇ ਰਹਿਣਾ ਚਾਹੀਦਾ ਹੈ। ਬਿਗਰੇ ਬਾਦਸ਼ਾਹ ਜੇ ਨਿਰਣੈ ਲਹੀਏ। ਜੇ ਬਾਦਸ਼ਾਹ ਸਾਡੇ ਨਾਲ ਵਿਗਾੜ ਕਰਦਾ ਹੀ ਆ, ਫਿਰ ਅਸੀਂ ਨਿਰਣਾ ਕਰ ਲਵਾਂਗੇ, ਫਿਰ ਸਾਨੂੰ ਨਿਰਣਾ ਉਹਦੇ ਨਾਲ ਕਰਨਾ ਪਵੇਗਾ। ਪਠੇ ਚੰਮੂ ਤਿਸ ਕੋ ਬਲ ਦੇਖ। ਇਹ ਗੁਰੂ ਕੇ ਸਿੱਖ ਕਹਿਣ ਲੱਗੇ ਵੀ ਅਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਨਹੀਂ ਜਾਵਾਂਗੇ। ਜੇ ਬਾਦਸ਼ਾਹ ਚਾਹੁੰਦਾ ਹੀ ਆ, ਵਿਗਾੜ ਕਰਦਾ, ਉਹਦੀਆਂ ਫੌਜਾਂ ਦਾ ਬਲ ਅਸੀਂ ਦੇਖ ਲਵਾਂਗੇ। ਮਿਲਹਿ ਕਰਹਿ ਸੰਗਰਾਮ ਅਭਿਸ਼ੇਕ। ਬੇਸ਼ੱਕ ਆਉਂਦਾ ਤੇ ਆ ਜਾਏ, ਫੌਜਾਂ ਲਿਆਉਂਦਾ ਤੇ ਲੈ ਆਏ, ਉਹਦੀਆਂ ਫੌਜਾਂ ਦੇ ਨਾਲ ਕਹਿਣ ਲੱਗੇ ਫਿਰ ਅਸੀਂ ਲੜਾਈ ਕਰਾਂਗੇ। ਪੁਨ ਰੋਕੇ ਹਮ ਰਹੇ ਨ ਕੈਸੇ। ਤੇ ਅਸੀਂ ਰੋਕਾਂਗੇ ਜਿੱਥੋਂ ਤੱਕ ਵੀ ਹੋਇਆ। ਜੇ ਉਹ ਵਿਗੜਦਾ ਹੀ ਨਜ਼ਰ ਆਇਆ ਤੇ ਕਹਿਣ ਲੱਗੇ ਅਸੀਂ ਉਹਦੇ ਨਾਲ ਦੋ ਹੱਥ ਕਰਾਂਗੇ। ਉਹਨੂੰ ਆਪਣਾ ਬਲ ਜਿਹੜਾ ਛੇਵੇਂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਦੇਖਾਂਗੇ, ਉਹਦੀ ਤਾਕਤ ਨੂੰ ਰੋਕਾਂਗੇ। ਸਿੱਖਤਾ ਤ੍ਰਿਨ ਪੁਲ ਤੇ ਰੋ ਜੈਸੇ। ਕਹਿਣ ਲੱਗੇ ਜਿਵੇਂ ਇੱਕ ਤੀਲੇ ਹੁੰਦੇ ਆ ਤੇ ਤੀਲਿਆਂ ਦਾ ਜਿਹੜਾ ਪੁਲ ਆ ਰੇਤ ਹੋਵੇ
ਤੇ ਦੂਸਰੇ ਪਾਸੇ ਜਿਹੜਾ ਇਹ ਤੀਲੇ ਆ ਇਹਦਾ ਬਣਾਇਆ ਹੋਇਆ ਪੁਲ ਜਿਹੜਾ ਉਹ ਕਿਵੇਂ ਟਿਕ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਇਹ ਗੁਰੂ ਕੇ ਜਿਹੜੇ ਸਿੱਖ ਆ ਇਹਨਾਂ ਨੇ ਬਚਨ ਕੀਤਾ, ਰੇਤ ਅਤੇ ਘਾਹ ਦੇ ਪੁਲ ਬੰਨਣ ਤੋਂ ਜਿਵੇਂ ਹੜ੍ਹ ਨਹੀਂ ਰੋਕਿਆ ਰੁਕਦਾ, ਇਹ ਹੁਣ ਜਿਹੜਾ ਗੁਰੂ ਦਾ ਘਰ ਆ ਨਾ ਇਹਦੇ ਅੱਗੇ